ਤੇਰੇ ਨਾਲੋਂ ਟੁੱਟੀਆਂ ਨੀ ਮੌਜਾਂ ਅਸੀਂ ਲੁੱਟੀਆਂ ਨੀ ਮਹੀਨੇ ਮੂਨੇ ਕਿੱਥੇ ਦਿਨਾਂ ਬਾਅਦ ਆ ਗਈ ਪਹਿਲੇ ਵੀਕ ਕੁਝ ਹੋਇਆ ਦੂਜੇ ਵੀਕ ਪੈਗ ਲਾਏ ਤੀਜੇ ਵੀਕ ਫੇਰ ਤੇਰੀ ਯਾਦ ਆ ਗਈ ਨੀ ਮੈਂ ਪਹਿਲੇ ਵੀਕ ਕੁਝ ਹੋਇਆ ਦੂਜੇ ਵੀਕ ਪੈਗ ਲਾਏ ਤੀਜੇ ਵੀਕ ਫੇਰ ਤੇਰੀ ਯਾਦ ਆ ਗਈ ਨੀ ਮੈਂ ਪਹਿਲੇ ਵੀਕ ਕੁਝ ਹੋਇਆ ਦੂਜੇ ਵੀਕ ਪੈਗ ਲਾਏ ਤੀਜੇ ਵੀਕ ਫੇਰ ਤੇਰੀ ਯਾਦ ਆ ਗਈ ਚਿੱਠੀਆਂ ਹੋਣੀਆਂ ਨੇ ਤੈਨੂੰ ਮਿਲੀਆਂ ਮੈਂ ਜਦੋਂ ਤੈਨੂੰ ਸਭ ਪਾਸਿਓਂ ਬਲੌਕ ਕਰਤਾ ਨੀ ਤੇਰੇ ਦਿੱਤੇ ਤੋਹਫਿਆਂ ਨੂੰ ਤੇ ਰੰਗ ਵਿੱਚ ਪਾ ਕੇ ਬੱਲੀਏ ਉੱਪਰੋਂ ਮੈਂ ਜਿੰਦਾ ਲਾ ਕੇ ਲੌਕ ਕਰਤਾ ਨੀਂਦ ਚੈਨ ਨਾਲ ਆਈ ਜਦੋਂ ਅੱਖ ਸੀ ਮੈਂ ਲਾਈ ਉਦੋਂ ਸੁਪਨੇ ਚ ਕਰਨ ਤੂੰ ਲਾਡ ਆ ਗਈ ਨੀ ਮੈਂ ਪਹਿਲੇ ਵੀਕ ਖੁਸ਼ ਹੋਇਆ ਦੂਜੇ ਵੀਕ ਪੈਗ ਲਾਏ ਤੀਜੇ ਵੀਕ ਫੇਰ ਤੇਰੀ ਯਾਦ ਆ ਗਈ ਨੀ ਮੈਂ ਪਹਿਲੇ ਵੀਕ ਖੁਸ਼ ਹੋਇਆ ਦੂਜੇ ਵੀਕ ਪੈਗ ਲਾਏ ਤੀਜੇ ਵੀਕ ਫੇਰ ਤੇਰੀ ਯਾਦ ਆ ਗਈ ਹੋਇਆ ਮੈਂ ਫਿਲਮ ਵੇਖ ਕੇ ਨੀ ਓਨੀ ਵਾਰੀ ਰੋਇਆ ਹੰਨੇ ਜਿੱਥੇ ਗੱਲਾਂ ਸਾਡੀਆਂ ਸੀ ਮੈਚ ਕੀਤੀਆਂ ਨੀ ਖਿੱਚੀਆਂ ਮੈਂ ਰੋਂਦੇ ਰੋਂਦੇ ਨੇ ਭੇਜਣ ਲਈ ਤੇਰੇ ਵੱਲ ਨੂੰ ਈਮੇਲ ਵਿੱਚ ਫੋਟੋਆਂ ਅਟੈਚ ਕੀਤੀਆਂ ਜਦੋਂ ਨਾਮ ਤੇਰਾ ਪਾਇਆ ਫਿਰ ਚੇਤਾ ਮੈਨੂੰ ਆਇਆ ਏ ਤਾਂ ਉਹੀ ਜਿਹੜੀ ਕਰ ਬਰਬਾਦ ਖਾ ਗਈ ਨੀ ਮੈਂ ਪਹਿਲੇ ਵੀਕ ਖੁਸ਼ ਹੋਇਆ ਦੂਜੇ ਵੀਕ ਪੈਗ ਲਾਏ ਤੀਜੇ ਵੀਕ ਫੇਰ ਤੇਰੀ ਯਾਦ ਆ ਗਈ ਨੀ ਮੈਂ ਪਹਿਲੇ ਵੀਕ ਖੁਸ਼ ਹੋਇਆ ਦੂਜੇ ਵੀਕ ਪੈਗ ਲਾਏ ਤੀਜੇ ਵੀਕ ਫੇਰ ਤੇਰੀ ਯਾਦ ਆ ਗਈ I am done with you ਤੁਰ ਗਈ ਤੂੰ ਮੈਨੂੰ ਆਖ ਕੇ ਮੈਂ ਵੀ ਅੱਗੋਂ ਕਹਿਤਾ ਚੱਲ ਜਾਣਾ ਏ ਤਾਂ ਜਾ ਨੀ ਇੱਕੋ ਗੱਲ ਮਾਰੇ ਜੱਟ ਨੂੰ ਟੁੱਟੀਆਂ ਨੇ ਲੜ ਲੜ ਕੇ ਵੈਸੇ ਦਿਲਾਂ 'ਚ ਸੀ ਇੱਕ ਦੂਜੇ ਵਾਸਤੇ ਵਫਾ ਲਿਖੇ ਬੈਸ ਬੈਸ ਗਾਣੇ ਗਾਉਂਦੇ ਫਿਰਦੇ ਨਿਆਣੇ ਤਾਂ ਹੀ ਫੀਲਿੰਗ ਜਹੀ ਏ ਧੰਨਵਾਦ ਆ ਗਈ ਨੀ ਮੈਂ ਪਹਿਲੇ ਵੀਕ ਖੁਸ਼ ਹੋਇਆ ਦੂਜੇ ਵੀਕ ਪੈਗ ਲਾਏ ਤੀਜੇ ਵੀਕ ਫੇਰ ਤੇ ਦਿਲ ਤੋੜ ਕੇ ਹੱਸਦਾ ਏ ਤੇਰੇ ਨਾਲ ਟੇਵੇ ਜੋੜ ਕੇ ਡੋਲਦਾ ਨੀ ਅਲੜਾਂ ਦੇ ਦਿਲ ਤੋੜ ਕੇ ਹੱਸਦਾ ਏ ਤੇਰੇ ਨਾਲ ਟੇਵੇ ਜੋੜ ਕੇ ਜੱਟ ਦੇ ਡ੍ਰੀਮ ਲੈਣ ਲੱਖਾਂ ਕੁੜੀਆਂ ਮੁੰਡਾ ਤੇਰੇ ਲੈਂਦਾ ਏ ਨੀ ਖਾਬ ਦੇਖ ਲੈ ਚੁਣ ਕੇ ਤੂੰ ਲੈ ਗਈ ਚੋਪੜਾਂ ਚੋਂ ਗੱਭਰੂ ਗੱਟੀਏ ਨੀ ਆਪਣੇ ਤੂੰ ਭਾਗ ਦੇਖ ਲੈ ਚੁਣ ਕੇ ਤੂੰ ਲੈ ਗਈ ਚੋਪੜਾਂ ਚੋਂ ਗੱਭਰੂ ਗੱਟੀਏ ਨੀ ਆਪਣੇ ਤੂੰ ਭਾਗ ਦੇਖ ਲੈ ਸਾਰੇ ਕਹਿ ਕੇ ਬਾਈ ਬਾਈ ਮਿਲਦੇ ਝੰਡੀ ਸਰਦਾਰੀ ਦੀ ਬਣਾਈ ਮਿਲਦੇ ਜੱਟ ਜ਼ਿਮੀਦਾਰ ਉੱਤੋਂ ਮਿੱਠ ਬੋਲੜਾ ਹੈਂਡਸਮ ਕਿੱਥੇ ਆ ਜਵਾਈ ਮਿਲਦੇ ਮਾਪਿਆਂ ਦੀ ਮੇਰੇ ਨੀ ਤੂੰ ਗੱਲ ਛੱਡ ਦੇ ਸਹੁਰਿਆਂ ਨੂੰ ਹੋਣਾ ਜਿਹੜਾ ਲਾਭ ਦੇਖ ਲੈ ਚੁਣ ਕੇ ਤੂੰ ਲੈ ਗਈ ਚੋਪੜਾਂ ਚੋਂ ਗੱਭਰੂ ਜੱਟੀਏ ਨੀ ਆਪਣੇ ਤੂੰ ਭਾਗ ਦੇਖ ਲੈ ਚੁਣ ਕੇ ਤੂੰ ਲੈ ਗਈ ਚੋਪੜਾਂ ਚੋਂ ਗੱਭਰੂ ਜੱਟੀਏ ਨੀ ਆਪਣੇ ਤੂੰ ਭਾਗ ਦੇਖ ਲੈ ਆਓ ਰੈੱਡ ਪਟਿਆਲਾ ਸ਼ਾਹੀ ਪੱਗ ਬੱਲੀਏ ਸਾਰਿਆਂ ਚੋਂ ਲੱਗਦਾ ਅਲੱਗ ਬੱਲੀਏ ਪਹਿਲੇ ਪਿਆਰ ਵਾਲੀ ਫੀਲਿੰਗ ਦੇ ਨਾਲ ਦਾ ਨਾਰਾਂ ਦੀਆਂ ਨੀਂਦਰਾਂ ਦਾ ਠੱਗ ਬੱਲੀਏ ਮਾਝੇ ਤੋਂ ਦੁਆਬੇ ਤੱਕ ਫੁੱਲ ਚੜਤਾ ਮੁੰਡੇ ਵਿੱਚ ਵਸਦਾ ਪੰਜਾਬ ਦੇਖ ਲੈ ਚੁਣ ਕੇ ਤੂੰ ਲੈ ਗਈ ਚੋਪੜਾਂ ਚੋਂ ਗੱਭਰੂ ਜੱਟੀਏ ਨੀ ਆਪਣੇ ਤੂੰ ਭਾਗ ਦੇਖ ਲੈ ਚੁਣ ਕੇ ਤੂੰ ਲੈ ਗਈ ਚੋਪੜਾਂ ਚੋਂ ਗੱਭਰੂ ਜੱਟੀਏ ਨੀ ਆਪਣੇ ਤੂੰ ਭਾਗ ਦੇਖ ਲੈ
ਸੁਣੀ ਦੀ ਤੇਰੇ ਹੱਥ ਡੋਲਦੀ ਆ ਵੋਟ ਸੁਣੀ ਦੀ ਚਿੜੀਏ ਹਵਾਵਾਂ ਨਾਲ ਮੇਲਦੀ ਫਿਰੇ ਤੈਨੂੰ ਵਿਰਕਾਂ ਦੇ ਪੁੱਤ ਦੀ ਸਪੋਰਟ ਸੁਣੀ ਦੀ ਟੇਡਿਆਂ ਨੂੰ ਪੈਂਦਾ ਸੀ ਜੋ ਸਿੱਧਾ ਆਣ ਕੇ ਫਿੱਟ ਤੇਰੇ ਆ ਗਿਆ ਹਿਸਾਬ ਦੇਖ ਲੈ ਚੁਣ ਕੇ ਤੂੰ ਲੈ ਗਈ ਚੋਪਰਾਂ ਚੋਂ ਗੱਭਰੂ ਜੱਟੀਏ ਨੀ ਆਪਣੇ ਤੂੰ ਭਾਗ ਦੇਖ ਲੈ ਚੁਣ ਕੇ ਤੂੰ ਲੈ ਗਈ ਚੋਪਰਾਂ ਚੋਂ ਗੱਭਰੂ ਜੱਟੀਏ ਨੀ ਆਪਣੇ ਤੂੰ ਭਾਗ ਦੇਖ ਲੈ ਜੱਸੀਏ ਚੁਣ ਕੇ ਤੂੰ ਲੈ ਗਈ ਚੋਪਰਾਂ ਚੋਂ ਗੱਭਰੂ ਜੱਟੀਏ ਨੀ ਆਪਣੇ ਤੂੰ ਭਾਗ ਦੇਖ ਲੈ ਚੁਣ ਕੇ ਤੂੰ ਲੈ ਗਈ ਚੋਪਰਾਂ ਚੋਂ ਗੱਭਰੂ ਜੱਟੀਏ ਨੀ ਆਪਣੇ ਤੂੰ ਭਾਗ ਦੇਖ ਲੈ ਵਿਛੜਨ ਨਾਲ ਲੋਕ ਮਰ ਥੋੜੀ ਨਾ ਜਾਂਦੇ ਮਰ ਤਾਂ ਮੈਂ ਪਹਿਲੇ ਦਿਨ ਹੀ ਗਿਆ ਸੀ ਪਰ ਅੱਜ ਦੂਜੀ ਵਾਰੀ ਮਾਰ ਕੇ ਚੱਲੀ ਓ ਟਾਪ ਸਰਦਾਰਾਂ ਵਿੱਚ ਬਾਪੂ ਦਾ ਏ ਨਾਂ ਪੁੱਤ ਹੋਇਆ ਆਮ ਤੈਨੂੰ ਦਿਲ ਹਾਰ ਕੇ ਜਿਹਦੀ ਪ੍ਰੋਫਾਈਲ ਦੱਸੇ ਚੜਦਾ ਦੀ ਗੱਲ ਨਹੀਂ ਉਹ ਸੁਣਦਾ ਬਟਾਲਵੀ ਨੂੰ ਕੁੰਡੀ ਮਾਰ ਕੇ ਠੇਡੇ ਖਾਂਦਾ ਫਿਰਦਾ ਨਹੀਂ ਸੋਣੀਏ ਆਓ ਤੇਰੇ ਦਿਲ ਵਿੱਚੋਂ ਪੈਰ ਕੱਢ ਜਾਣ ਤੇ ਉਹ ਦੋ ਵਾਰੀ ਜੱਟ ਪਿੱਲਾ ਮਰਿਆ ਪਹਿਲਾਂ ਤੇਰੇ ਤੇ ਨਹੀਂ ਦੂਜਾ ਤੇਰੇ ਛੱਡ ਜਾਣ ਤੇ ਉਹ ਦੋ ਵਾਰੀ ਜੱਟ ਪਿੱਲਾ ਮਰਿਆ ਪਹਿਲਾਂ ਤੇਰੇ ਤੇ ਨਹੀਂ ਦੂਜਾ ਤੇਰੇ ਛੱਡ ਜਾਣ ਤੇ ਬੰਕ ਮਾਰ ਕੇ ਦਿਖਾਇਆ ਤੈਨੂੰ ਸ਼ਿਮਲਾ ਤੂੰ ਵੀ ਸੈਮੀਨਾਰ ਆਈ ਘਰੇ ਬੋਲ ਕੇ ਟਾਈਟੈਨਿਕ ਦੇ ਪੋਜ਼ ਤੇਰੇ ਫੇਵਰਿਟ ਉਹ ਕਿੰਨੇ ਮਾਰਦੀ ਸੀ ਸਨ ਰੂਫ ਖੋਲ ਕੇ ਨਿਤ ਮਿਲਦੀ ਸੀ ਪਹਿਲਾਂ ਤੂੰ ਕਲਾਸ ਤੋਂ ਨੀ ਤੇਰੀ ਮਾਰਨਿੰਗ ਹੁੰਦੀ ਉਦੋਂ ਗੁੱਡ ਆਣ ਕੇ ਉਹ ਦੋ ਵਾਰੀ ਜੱਟ ਪਿੱਲਾ ਮਰਿਆ ਪਹਿਲਾਂ ਤੇਰੇ ਤੇ ਨੀ ਦੂਜਾ ਤੇਰੇ ਛੱਡ ਜਾਣ ਤੇ ਉਹ ਦੋ ਵਾਰੀ ਜੱਟ ਪਿੱਲਾ ਮਰਿਆ ਪਹਿਲਾਂ ਤੇਰੇ ਤੇ ਨਹੀਂ ਦੂਜਾ ਤੇਰੇ ਛੱਡ ਜਾਣ ਤੇ ਉਹ ਕਿਹੜਾ ਸੂਟ ਪਾ ਕੇ ਆਵਾਂ ਅੱਜ ਮੈਂ ਫੋਨ ਤੇ ਸੀ ਰੰਗ ਡੇਲੀ ਪੁੱਛਦੀ ਦੇਖਿਓ ਮਨਾਉਂਦਾ ਮੈਨੂੰ ਅਰਜਨ ਸਹੇਲੀਆਂ ਨੂੰ ਇਹੋ ਕਹਿ ਕੇ ਰੁੱਸਦੀ ਉਹ ਬਿੱਲ ਨੇ ਗਵਾ ਕੰਟੀਨ ਦੇ ਵਿਦ ਟਿਪ ਤਾਰੇ ਨੋਟਾਂ ਦਾ ਫਲੱਡ ਜਾਣ ਕੇ ਉਹ ਦੋ ਵਾਰੀ ਜੱਟ ਪਿੱਲਾ ਮਰਿਆ ਪਹਿਲਾਂ ਤੇਰੇ ਤੇ ਨਹੀਂ ਦੂਜਾ ਤੇਰੇ ਛੱਡ ਜਾਣ ਤੇ ਉਹ ਦੋ ਵਾਰੀ ਜੱਟ ਪਿੱਲਾ ਮਰਿਆ ਪਹਿਲਾਂ ਤੇਰੇ ਤੇ ਨਹੀਂ ਦੂਜਾ ਤੇਰੇ ਛੱਡ ਜਾਣ ਤੇ ਸੀਨ ਹਾਲੇ ਤੱਕ ਚੇਤੇ ਮੈਨੂੰ ਸੋਹਣੀਏ ਚੋਰੀ ਤੇਰੇ ਹੋਸਟਲ ਆਉਣ ਦਾ ਵਾਰਡਨਾਂ ਤੋਂ ਗਾਲਾਂ ਵਾਲੀ ਵਾਰਨਿੰਗ ਤੇ ਪਹਿਲੀ ਵਾਰੀ ਥਾਣੇ ਪੈਰ ਪਾਉਣ ਦਾ ਅੱਜ ਤਾਈਂ ਬਾਪੂ ਟੌਟ ਮਾਰਦਾ ਕੱਢੀ ਕਰਦੀ ਸ਼ਰਾਬ ਨਾਲ ਰੱਜ ਜਾਣ ਤੇ ਦੋ ਵਾਰੀ ਜੱਟ ਪਿੱਲਾ ਮਰਿਆ ਪਹਿਲਾਂ ਤੇਰੇ ਤੇ ਨਹੀਂ ਦੂਜਾ ਤੇਰੇ ਛੱਡ ਜਾਣ ਤੇ ਉਹ ਦੋ ਵਾਰੀ ਜੱਟ ਪਿੱਲਾ ਮਰਿਆ ਪਹਿਲਾਂ ਤੇਰੇ ਤੇ ਨਹੀਂ ਦੂਜਾ ਤੇਰੇ ਛੱਡ ਜਾਣ ਤੇ ਮੁੰਡਾ ਮਸ਼ਹੂਰ ਹੋ ਪਹਿਲੀ ਵਾਰੀ ਮਿਲੇ ਆਪਾਂ ਸੰਗ ਦੇ ਸੰਗਾਉਂਦੇ ਹੋ ਦੂਜੀ ਵਾਰੀ ਮਿਲੇ ਆਪਾਂ ਕੌਫੀ ਦੇ ਬਹਾਨੇ ਤੀਜੀ ਵਾਰੀ ਕਾਦੀ ਤੈਨੂੰ ਫਿਲਮ ਵਿਖਾਈ ਨਹੀਂ ਚੌਥੀ ਵਾਰੀ ਆ ਕੰਮ ਹੋ ਗਿਆ ਰਕਾਨੇ ਨੀ ਇਹ ਜਿਹਨੇ ਵੀ ਇਹ ਕੀਤਾ ਨਹੀਂ ਉਹ ਠੀਕ ਨਹੀਂ ਸਾਲਾ ਚਰਚਾ ਨਜਾਇਜ਼ ਦੂਰ ਦੂਰ ਹੋ ਗਿਆ ਸਾਡੀ ਇਕੱਠਿਆਂ ਦੀ ਫੋਟੋ ਹੋ ਗਈ ਲੀਕ ਨਹੀਂ ਇੰਨੇ ਵਿੱਚ ਮੁੰਡਾ ਮਸ਼ਹੂਰ ਹੋ ਗਿਆ ਸਾਡੀ ਇਕੱਠਿਆਂ ਦੀ ਫੋਟੋ ਹੋ ਗਈ ਲੀਕ ਨਹੀਂ ਇੰਨੇ ਵਿੱਚ ਮੁੰਡਾ ਮਸ਼ਹੂਰ ਹੋ ਗਿਆ ਮਸ਼ਹੂਰ ਹੋ ਗਿਆ ਨਹੀਂ ਇੰਨੇ ਵਿੱਚ ਮੁੰਡਾ ਮਸ਼ਹੂਰ ਹੋ ਗਿਆ ਰਿਸ਼ਤੇਦਾਰਾਂ ਦੇ ਫੋਨ ਖੜਕ ਗਏ ਚੰਬਲ ਗਿਆ ਕਹਿੰਦੇ ਕਾਕਾ ਜੀ ਛੇਤੀ ਪਿੰਡ ਬੁਲਾ ਲਓ ਇਹਨੂੰ ਕਰਨਾ ਦੇਵੇ ਕੋਈ ਵਾਕਾ ਜੀ ਕਰਨਾ ਦੇਵੇ ਕੋਈ ਵਾਕਾ ਜੀ ਰਿਸ਼ਤੇਦਾਰਾਂ ਦੇ ਫੋਨ ਖੜਕ ਗਏ ਚੰਬਲ ਗਿਆ ਕਹਿੰਦੇ ਕਾਕਾ ਜੀ ਛੇਤੀ ਪਿੰਡ ਬੁਲਾ ਲਓ ਇਹਨੂੰ ਕਰਨਾ ਦੇਵੇ ਕੋਈ ਵਾਕਾ
ਸਮਾਂ ਭਰਪੂਰ ਹੋ ਗਿਆ ਸਾਡੀ ਇਕੱਠਿਆਂ ਦੀ ਫੋਟੋ ਹੋ ਗਈ ਲੀਕ ਨੀ ਐਨੇ ਵਿੱਚ ਮੁੰਡਾ ਮਸ਼ਹੂਰ ਹੋ ਗਿਆ ਸਾਡੀ ਇਕੱਠਿਆਂ ਦੀ ਫੋਟੋ ਹੋ ਗਈ ਲੀਕ ਨੀ ਐਨੇ ਵਿੱਚ ਮੁੰਡਾ ਮਸ਼ਹੂਰ ਹੋ ਗਿਆ ਮਸ਼ਹੂਰ ਹੋ ਗਿਆ ਨੀ ਸਾਡੀ ਇਕੱਠਿਆਂ ਦੀ ਫੋਟੋ ਹੋ ਗਈ ਸਾਡੀ ਇਕੱਠਿਆਂ ਦੀ ਫੋਟੋ ਹੋ ਗਈ ਫੜ ਫੜ ਫੋਨ ਡਿਲੀਟ ਕਰਾਈ ਤਾਂ ਵੀ ਵੇਖ ਲੈ ਪਹੁੰਚ ਗਈ ਸਾਰੀਆਂ ਸੋਸ਼ਲ ਸਾਈਟਾਂ ਉੱਤੇ ਆਥਣ ਨੂੰ ਹੋ ਲੌਂਚ ਗਈ ਫੜ ਫੜ ਫੋਨ ਡਿਲੀਟ ਕਰਾਈ ਤਾਂ ਵੀ ਵੇਖ ਲੈ ਪਹੁੰਚ ਗਈ ਸਾਰੀਆਂ ਸੋਸ਼ਲ ਸਾਈਟਾਂ ਉੱਤੇ ਆਥਣ ਨੂੰ ਹੋ ਲੌਂਚ ਗਈ ਪੈ ਗਈ ਬਾਪੂ ਕੋਲੇ ਪੁੱਤ ਦੀ ਤਰੀਕ ਨੀ ਛੱਡ ਖਰੜ ਟਿਕਾਣਾ ਸੰਗਰੂਰ ਹੋ ਗਿਆ ਸਾਡੀ ਇਕੱਠਿਆਂ ਦੀ ਫੋਟੋ ਹੋ ਗਈ ਲੀਕ ਨੀ ਐਨੇ ਵਿੱਚ ਮੁੰਡਾ ਮਸ਼ਹੂਰ ਹੋ ਗਿਆ ਸਾਡੀ ਇਕੱਠਿਆਂ ਦੀ ਫੋਟੋ ਹੋ ਗਈ ਲੀਕ ਨੀ ਐਨੇ ਵਿੱਚ ਮੁੰਡਾ ਮਸ਼ਹੂਰ ਹੋ ਗਿਆ ਮਸ਼ਹੂਰ ਹੋ ਗਿਆ ਨੀ ਐਨੇ ਵਿੱਚ ਮੁੰਡਾ ਮਸ਼ਹੂਰ ਹੋ ਗਿਆ ਐਨੇ ਵਿੱਚ ਮੁੰਡਾ ਮਸ਼ਹੂਰ ਹੋ ਗਿਆ ਗੀਤਾਂ ਕਰਕੇ ਬੈਸ ਨਹੀਂ ਫੋਟੋ ਕਰਕੇ ਹੋ ਗਈ ਆ ਮੈਨੂੰ ਵੀ ਲੋਕੀ ਜਾਣਨ ਲੱਗ ਗਏ ਤੈਨੂੰ ਵੀ ਕਹਿੰਦੇ ਹੋ ਗਈ ਆ ਗੀਤਾਂ ਕਰਕੇ ਬੈਸ ਨਹੀਂ ਫੋਟੋ ਕਰਕੇ ਹੋ ਗਈ ਆ ਮੈਨੂੰ ਵੀ ਲੋਕੀ ਜਾਣਨ ਲੱਗ ਗਏ ਤੈਨੂੰ ਵੀ ਕਹਿੰਦੇ ਹੋ ਗਈ ਆ ਮੈਨੂੰ ਤੂੰ ਵੀ ਲੱਗੇ ਪਹਿਲਾਂ ਨਾਲੋਂ ਵੀਕ ਨਹੀਂ ਧੱਕਾ ਸਾਡੇ ਨਾਲ ਥੋੜਾ ਤਾਂ ਜ਼ਰੂਰ ਹੋ ਗਿਆ ਸਾਡੀ ਇਕੱਠਿਆਂ ਦੀ ਫੋਟੋ ਹੋ ਗਈ ਲੀਕ ਨੀ ਐਨੇ ਵਿੱਚ ਮੁੰਡਾ ਮਸ਼ਹੂਰ ਹੋ ਗਿਆ ਸਾਡੀ ਇਕੱਠਿਆਂ ਦੀ ਫੋਟੋ ਹੋ ਗਈ ਲੀਕ ਨੀ ਐਨੇ ਵਿੱਚ ਮੁੰਡਾ ਮਸ਼ਹੂਰ ਹੋ ਗਿਆ ਮਸ਼ਹੂਰ ਹੋ ਗਿਆ ਨੀ ਉਹ ਹੈਂਡਸਮ ਜੱਟਾ ਕਿਵੇਂ ਭੁੱਲੇਗਾ ਰਕਾਨ ਨੂੰ ਜਾਣਦੀਆਂ ਤੈਨੂੰ ਵੇ ਮੈਂ ਵੱਡੇ ਖੱਬੀ ਖਾਨ ਨੂੰ ਉਹ ਹੈਂਡਸਮ ਜੱਟਾ ਕਿਵੇਂ ਭੁੱਲੇਗਾ ਰਕਾਨ ਨੂੰ ਜਾਣਦੀਆਂ ਤੈਨੂੰ ਵੇ ਮੈਂ ਵੱਡੇ ਖੱਬੀ ਖਾਨ ਨੂੰ ਉਹ ਤੈਨੂੰ ਪੈਣਗੇ ਭੁਲੇਖੇ ਮੇਰੇ ਯੈਲੋ ਸੂਟ ਦੇ ਵੇ ਸਰੋਂ ਦੇ ਆ ਫੁੱਲਾਂ ਚੋਂ ਉਹ ਯਾਰਾਂ ਨੂੰ ਬੁਲਾਉਣ ਲੱਗੇ ਨਿਕਲਿਆ ਕਰੂ ਮੇਰਾ ਨਾਮ ਭੁੱਲਾਂ ਚੋਂ ਉਹ ਯਾਰਾਂ ਨੂੰ ਬੁਲਾਉਣ ਲੱਗੇ ਨਿਕਲਿਆ ਕਰੂ ਮੇਰਾ ਨਾਮ ਭੁੱਲਾਂ ਚੋਂ ਜੱਟਾ ਕਿਵੇਂ ਭੁੱਲੇਗਾ ਰਕਾਨ ਪੜ ਕੇ ਪੁਰਾਣੇ ਮੇਰੇ ਖੱਤ ਵੇਖ ਰੋਏਗਾ ਪਿਆ ਤੂੰ ਚਵਾਰੇ ਵਿੱਚ ਛੱਤ ਵੇਖ ਰੋਏਗਾ ਪੜ ਕੇ ਪੁਰਾਣੇ ਮੇਰੇ ਖੱਤ ਵੇਖ ਰੋਏਗਾ ਪਿਆ ਤੂੰ ਚਵਾਰੇ ਵਿੱਚ ਛੱਤ ਵੇਖ ਰੋਏਗਾ ਚਾਬੀਆਂ ਤੇ ਪਾਨਿਆਂ ਚੋਂ ਦਿਖਿਆ ਕਰੂੰ ਮੈਂ ਸਾਰਿਆਂ ਹੀ ਟੂਲਾਂ ਚੋਂ ਓ ਯਾਰਾਂ ਨੂੰ ਬੁਲਾਉਣ ਲੱਗੇ ਨਿਕਲਿਆ ਕਰੂ ਮੇਰਾ ਨਾਮ ਭੁੱਲਾਂ ਚੋਂ ਓ ਯਾਰਾਂ ਨੂੰ ਬੁਲਾਉਣ ਲੱਗੇ ਨਿਕਲਿਆ ਕਰੂ ਮੇਰਾ ਨਾਮ ਭੁੱਲਾਂ ਚੋਂ ਜੱਟਾ ਕਿਵੇਂ ਭੁੱਲੇਗਾ ਰਕਾਨ ਵੂਮੈਨ ਕਾਲਜ ਦੀ ਤੂੰ ਬੱਸ ਪਿੱਛੇ ਸੋਹਣਿਆ ਘੁੰਮਦਾ ਸੀ ਕਿਹੜੀ ਗੱਲੋਂ ਦੱਸ ਪਿੱਛੇ ਸੋਹਣਿਆ ਵੂਮੈਨ ਕਾਲਜ ਦੀ ਤੂੰ ਬੱਸ ਪਿੱਛੇ ਸੋਹਣਿਆ ਘੁੰਮਦਾ ਸੀ ਕਿਹੜੀ ਗੱਲੋਂ ਦੱਸ ਪਿੱਛੇ ਸੋਹਣਿਆ ਤੋਂ ਨਵੇਂ ਕਰਕੇ ਬਲਾਸ ਤੂੰ ਸੀ ਆਏ ਪਿੰਡਾਂ ਦੇ ਸਕੂਲਾਂ ਚੋਂ ਓ ਯਾਰਾਂ ਨੂੰ ਬੁਲਾਉਣ ਲੱਗੇ ਨਿਕਲਿਆ ਕਰੂ ਮੇਰਾ ਨਾਮ ਭੁੱਲਾਂ ਚੋਂ ਓ ਯਾਰਾਂ ਨੂੰ ਬੁਲਾਉਣ ਲੱਗੇ ਨਿਕਲਿਆ ਕਰੂ ਮੇਰਾ ਨਾਮ ਭੁੱਲਾਂ ਚੋਂ ਜੱਟਾ ਕਿਵੇਂ ਭੁੱਲੇਗਾ ਰਕਾਨ ਬੈਸ ਕੋ ਤੂੰ ਮੇਰੇ ਨਾਮ ਪਿੱਛੇ ਲਾ ਕੇ ਵੇ ਹੁਣ ਕਿੱਥੇ ਚੱਲਿਆ ਤੂੰ ਇੱਥੇ ਤੱਕ ਆ ਕੇ ਵੇ
ਹੈਲੋ ਸਦਕੇ ਤੇਰੇ ਹਾਣ ਦੀਏ ਤੂੰ ਵਿਆਹ ਕਰਵਾ ਲਿਆ ਹੋਰ ਕਿਤੇ ਫੋਨ ਤੇ ਹੀ ਸੁਣ ਲਿਆ ਕਰਨੀ ਦਿਲ ਸਾਡੇ ਦਾ ਸ਼ੋਰ ਕਿਤੇ ਆਹੋ ਨਿਤ ਨਿਤ ਤਾਂ ਮੈਂ ਗੋਰੀਏ ਇਹ ਦੁੱਖ ਵੀ ਨਹੀਂ ਯਾਦ ਕਰਦਾ ਮੇਰੇ ਖਾਸ ਯਾਰ ਬੇਲੀ ਜਾਣਦੇ ਤੈਨੂੰ ਕਿੰਨਾ ਸੀ ਪਿਆਰ ਕਰਦਾ ਹੋ ਮੁੰਡਾ ਅੱਜ ਵੀ ਤੂੰ ਚਿੱਤੀ ਵਿੱਚ ਨਹੀਂ ਕਿ ਤੂੰ ਪਾਲਦੀ ਸੀ ਕੀ ਬੱਲੀਏ ਤੇਰੀ ਯਾਦ ਨਾਲ ਆਉਣੀ ਚਾਹੀਦੀ ਹੋ ਇੱਕ ਬੋਤਲ ਫਰੀ ਬੱਲੀਏ ਤੇਰੀ ਯਾਦ ਨਾਲ ਆਉਣੀ ਚਾਹੀਦੀ ਹੋ ਇੱਕ ਬੋਤਲ ਫਰੀ ਬੱਲੀਏ ਠੇਕੇ ਵਾਲਾ ਵੀ ਨਾ ਤਾਰ ਕਰਦਾ ਨਾ ਲੱਗੇ ਨੋਟਾਂ ਦੇ ਢੀ ਬੱਲੀਏ ਤੇਰੀ ਯਾਦ ਨਾਲ ਆਉਣੀ ਚਾਹੀਦੀ ਹੋ ਇੱਕ ਬੋਤਲ ਦਾ ਬਾਸ ਫੀਲਿੰਗਾਂ ਨੂੰ ਸੈੱਟ ਕਰੇਗੀ ਤੂੰ ਵੀ ਬਾਲਾ ਰਿਗਰੈਟ ਕਰੇਗੀ ਸੌਖਾ ਭੁੱਲਿਆ ਨਹੀਂ ਜਾਣਾ ਯਾਰ ਨੂੰ ਲੁੱਟੀ ਮੇਰੇ ਨਾਲ ਬਹਾਰ ਆਊਗੀ ਨਾਲੇ ਚੇਤੇ ਮੇਰੀ ਕਾਰ ਆਊਗੀ ਮੈਂ ਤਾਂ ਪੈਗ ਪੁੱਗ ਲਾ ਕੇ ਸਾਰ ਨੂੰ ਤੈਨੂੰ ਪੈਣਗੇ ਭੁਲੇਖੇ ਜੱਟ ਦੇ ਦੂਰੀ ਜਾਣੀ ਨਾ ਜਰੀ ਬੱਲੀਏ ਤੇਰੀ ਯਾਦ ਨਾਲ ਆਉਣੀ ਚਾਹੀਦੀ ਹੋ ਇੱਕ ਬੋਤਲ ਫਰੀ ਬੱਲੀਏ ਤੇਰੀ ਯਾਦ ਨਾਲ ਆਉਣੀ ਚਾਹੀਦੀ ਹੋ ਇੱਕ ਬੋਤਲ ਫਰੀ ਬੱਲੀਏ ਬੋਤਲ ਫਰੀ ਤੇਰੀ ਮੇਰੀ ਕਿੰਨੀ ਐਸ਼ ਹੁੰਦੀ ਸੀ ਨੀ ਜਦੋਂ ਤੇਰੀ ਫਰਮੈਸ਼ ਹੁੰਦੀ ਸੀ ਮੈਂ ਵੱਟਾਂ ਵਾਲੀ ਪੱਗ ਬੰਨਦਾ ਮੂਨ ਵੱਲ ਨੂੰ ਇਸ਼ਾਰਾ ਕਰਕੇ ਮੈਨੂੰ ਆਖਦੀ ਸੀ ਬਾਂਹ ਫੜ ਕੇ ਕਿ ਤੂੰ ਜੱਟਾ ਪੀਸ ਚੰਨਦਾ ਉਹੀ ਚੰਨਿਆ ਬਠਿੰਡੇ ਚੜਦਾ ਜੋ ਤੇਰੇ ਚੜਦਾ ਸਰੀ ਬੱਲੀਏ ਤੇਰੀ ਯਾਦ ਨਾਲ ਆਉਣੀ ਚਾਹੀਦੀ ਹੋ ਇੱਕ ਬੋਤਲ ਫਰੀ ਬੱਲੀਏ ਤੇਰੀ ਯਾਦ ਨਾਲ ਆਉਣੀ ਚਾਹੀਦੀ ਹੋ ਇੱਕ ਬੋਤਲ ਫਰੀ ਬੱਲੀਏ ਬੋਤਲ ਫਰੀ ਦੱਸ ਮੇਰੇ ਵੱਲੋਂ ਰਹਿ ਗਈ ਕੀ ਕਮੀ ਮੈਂ ਤਾਂ ਫੁੱਲ ਕੇਅਰ ਕਰੀ ਗੋਰੀਏ ਤੂੰ ਕੈਸਾ ਜੱਟ ਨੂੰ ਸੰਭਾਲ ਕੇ ਗਈ ਕਪਤਾਨ ਕਪਤਾਨ ਜੱਟ ਦੀ ਬਿੱਲੋ ਹੱਟੀ ਉੱਤੇ ਸੌਂਦੀ ਹੁੰਦੀ ਸੀ ਉਸੇ ਉੱਤੇ ਦੀਵਾ ਬਾਲ ਕੇ ਗਈ ਮੇਰੇ ਯਾਰ ਬੇਲੀ ਤਾਨੇ ਮਾਰਦੇ ਪੀ ਕੇ ਕਰਦੇ ਖਰੀ ਬੱਲੀਏ ਤੇਰੀ ਯਾਦ ਨਾਲ ਆਉਣੀ ਚਾਹੀਦੀ ਹੋ ਇੱਕ ਬੋਤਲ ਫਰੀ ਬੱਲੀਏ ਤੇਰੀ ਯਾਦ ਨਾਲ ਆਉਣੀ ਚਾਹੀਦੀ ਹੋ ਇੱਕ ਬੋਤਲ ਫਰੀ ਬੱਲੀਏ ਤੇਰੀ ਯਾਦ ਨਾਲ ਆਉਣੀ ਚਾਹੀਦੀ ਹੋ ਇੱਕ ਬੋਤਲ ਫਰੀ ਬੱਲੀਏ ਆਪਣੇ ਮਹਾਲੀ ਸ਼ਹਿਰ ਵਾਲੀਏ ਰੰਗ ਚਿੱਟਾ ਤੇਰਾ ਦਿਲ ਦੀ ਏ ਕਾਲੀਏ ਆਪਣੇ ਮਹਾਲੀ ਸ਼ਹਿਰ ਵਾਲੀਏ ਰੰਗ ਚਿੱਟਾ ਤੇਰਾ ਦਿਲ ਦੀ ਏ ਕਾਲੀਏ ਹੋ ਚੰਡੀਗੜ੍ਹ ਵੀ ਚੰਡਾਲਗੜ੍ਹ ਲੱਗਦਾ ਸੱਟ ਸਾਨੂੰ ਮਾਰ ਗਈ ਕਰਾਰੀ ਅਲੜੇ ਓ ਗੱਭਰੂ ਸੀ ਮਿਸ਼ਰੀ ਦੀ ਟਲੀ ਵਰਗਾ ਭੋਰ ਭੋਰ ਖਾ ਗਈ ਤੇਰੀ ਯਾਰੀ ਅਲੜੇ ਵਿਕ ਗਈ ਜ਼ਮੀਨ ਤੇਰੇ ਕਰਕੇ ਸੱਸੇ ਕੰਨਾਂ ਰਾਰੇ ਨੂੰ ਬਿਹਾਰੀ ਅਲੜੇ ਗੱਭਰੂ ਸੀ ਮਿਸ਼ਰੀ ਦੀ ਟਲੀ ਵਰਗਾ ਨੀ ਭੋਰ ਭੋਰ ਖਾ ਗਈ ਤੇਰੀ ਯਾਰੀ ਅਲੜੇ ਮੈਂ ਨਵਾਂ ਬਾਹਰ ਵੀ
नहीं सी आया करके, पता नहीं कदों तू करीब करगी। दिल करे तेरा पासपोर्ट पाड़ना, 2.5 सालां विच तू गरीब करगी। 2.5 सालां विच तू गरीब करगी। फिर टिकट कराई ऑकलैंड दी, मार जाना हुण तू डारी अल्लड़े। ओ गब्बरू सी मिश्री दी डली वर्गा, भोर भोर खा गई तेरी यारी अल्लड़े। विक गई जमीन तेरे करके, सस्से कन्ना रारे नू बिहारी अल्लड़े। गब्बरू सी मिश्री दी डली वर्गा, नी भोर भोर खा गई तेरी यारी अल्लड़े। पजामा सरिया तेनू लैके दित्तियां मैं जीना महंगियां, तेरे शहर वालियां ने पट लैंदियां। वेख वेख साडियां जमीनां महंगियां, देश दियां साडियां जमीनां महंगियां। तेरे पिछले बर्थडे ते फूकती 1 साल जिन्नी सीरी दी दिहाड़ी अल्लड़े। ओ गब्बरू सी मिश्री दी डली वर्गा, भोर भोर खा गई तेरी यारी अल्लड़े। विक गई जमीन तेरे करके, सस्से कन्ना रारे नू बिहारी अल्लड़े। गब्बरू सी मिश्री दी डली वर्गा, नी भोर भोर खा गई तेरी यारी अल्लड़े। मेरे बापू जी नू शौक राजनीति दा, पहली पहला ही सी तीजा हिस्सा रह गई। हो देगी नवीं सरकार वांगू झटका, नी तू मेरे जोड़ां दे विच बह गई। देगी नवीं सरकार वांगू झटका, नी तू मेरे जोड़ां दे विच बह गई। तू रही ओना चिर बैस बैस करदी, जिन्ना चिर साडी जेब रही भारी अल्लड़े। ओ गब्बरू सी मिश्री दी डली वर्गा, भोर भोर खा गई तेरी यारी अल्लड़े। विक गई जमीन तेरे करके, सस्से कन्ना रारे नू बिहारी अल्लड़े। गब्बरू सी मिश्री दी डली वर्गा, नी भोर भोर खा गई तेरी यारी अल्लड़े। ओ गब्बरू सी मिश्री दी डली वर्गा, भोर भोर खा गई तेरी यारी अल्लड़े। विक गई जमीन तेरे करके, सस्से कन्ना रारे नू बिहारी अल्लड़े। गब्बरू सी मिश्री दी डली वर्गा, नी भोर भोर खा गई तेरी यारी अल्लड़े। वे सारे शहर वाले जट्टा खांदे तेथों खार ने, जोड़िया करीम नाल चुनवे जे यार ने। हेडलाइन बने वे तू नित अखबार दी, नेगेटिव इमेज बनाई फिर यार दी। लोकां दियां गल्लां सुने मैं गैस मार दी। आ हुंदा नित तेरा रौला वे तू जिंदगी सवारी नहीं। ओ फिर तैनू जट बारे पूरी जानकारी नहीं, फिर तैनू जट बारे पूरी जानकारी नहीं, फिर तैनू जट बारे पूरी जानकारी नहीं।
थोड़ी पर खावा ना हराम दी रोज बत्ती बोर दिया सुना मैं आवाजा सेफ्टी नू रखा लावे गलती अंदाजा नाम रैब हंजराए लोग बहुत चाਹੁੰਦੇ ਨੇ रंबे आला आके बुलाਉਂਦੇ ਨੇ ਹਾਂ ਵੇ ਤੂੰ ਫਿਰਦਾ ਏ ਵੇਲਾ ਤੇਰੇ ਸਿਰ ਜ਼ਿੰਮੇਵਾਰੀ ਨਹੀਂ ਆ ਫੇਰ ਤੈਨੂੰ ਜੱਟ ਬਾਰੇ ਆ ਫੇਰ ਤੈਨੂੰ ਜੱਟ ਬਾਰੇ ਆ ਫੇਰ ਤੈਨੂੰ ਜੱਟ ਬਾਰੇ ਪੂਰੀ ਜਾਣਕਾਰੀ ਨਹੀਂ ਫੇਰ ਤੈਨੂੰ ਜੱਟ ਬਾਰੇ ਪੂਰੀ ਜਾਣਕਾਰੀ ਨਹੀਂ ਫੇਰ ਤੈਨੂੰ ਜੱਟ ਬਾਰੇ ਪੂਰੀ ਜਾਣਕਾਰੀ ਨਹੀਂ snappy ਫੇਰ ਤੈਨੂੰ ਜੱਟ ਬਾਰੇ ਫੇਰ ਤੈਨੂੰ ਜੱਟ ਬਾਰੇ ਪੂਰੀ ਜਾਣਕਾਰੀ ਨਹੀਂ ਛਿੜਕਦੀ ਫਿਰ ਸ਼ਨੈਲਾ ਤੂੰ ਨਿਕਾਲ ਜਿਉਣ ਤੋਂ ਪਹਿਲਾਂ ਤੂੰ ਛਿੜਕਦੀ ਫਿਰ ਸ਼ਨੈਲਾ ਤੂੰ ਨਿਕਾਲ ਜਿਉਣ ਤੋਂ ਪਹਿਲਾਂ ਤੂੰ ਲੈਫਟ ਸਾਈਡ ਠੋਡੀ ਤੇ ਬਲੈਕ ਤਿਲ ਨੀ ਜਿਹਦੇ ਉੱਤੇ ਮਿੱਤਰਾਂ ਦਾ ਆਇਆ ਦਿਲ ਨੀ ਆ ਤਾਂ ਕੰਮ ਬਿਲਕੁਲ ਰਾਈਟ ਕਰਤਾ ਓ ਇੰਨੀ ਸੋਹਣੀ ਰੱਬ ਨੇ ਬਣਾ ਕੇ ਬੱਲੀਏ ਮਿੱਤਰਾਂ ਦਾ ਫਿਊਚਰ ਬ੍ਰਾਈਟ ਕਰਤਾ ਓ ਤੈਨੂੰ ਇੰਨੀ ਸੋਹਣੀ ਰੱਬ ਨੇ ਬਣਾ ਕੇ ਬੱਲੀਏ ਮਿੱਤਰਾਂ ਦਾ ਫਿਊਚਰ ਬ੍ਰਾਈਟ ਕਰਤਾ ਓਏ ਹੋਏ ਤੋਰੀਆਂ ਗੱਲਾਂ ਦੇ ਵਿੱਚ ਟੋਏ ਬੱਲੀਏ ਦਿਲ ਕਰੇ ਦੇਖੀ ਓਏ ਹੋਏ ਬੱਲੀਏ ਤੋਰੀਆਂ ਗੱਲਾਂ ਦੇ ਵਿੱਚ ਟੋਏ ਬੱਲੀਏ ਦਿਲ ਕਰੇ ਦੇਖੀ ਓਏ ਹੋਏ ਬੱਲੀਏ ਨੀ ਤੂੰ ਜੱਚਦੀ ਏ ਭਾਲੀ ਲਾ ਕੇ ਐਨਕ ਜੀ ਕਾਲੀ ਬਿੱਲੋ ਦਿਨ ਦਾ ਮਾਹੌਲ ਜਮਾ ਨਾਈਟ ਕਰਤਾ ਹੋ ਇੰਨੀ ਸੋਹਣੀ ਰੱਬ ਨੇ ਬਣਾ ਕੇ ਬੱਲੀਏ ਤੇਰਾ ਦਾ ਫਿਊਚਰ ਬ੍ਰਾਈਟ ਕਰਤਾ ਹੋ ਤੈਨੂੰ ਇੰਨੀ ਸੋਹਣੀ ਰੱਬ ਨੇ ਬਣਾ ਕੇ ਬੱਲੀਏ ਮਿੱਤਰਾਂ ਦਾ ਫਿਊਚਰ ਬ੍ਰਾਈਟ ਕਰਤਾ ਓਏ ਹੋਏ ਹੋ ਪਾਉਂਦੀ ਤੇਰੀ ਝਾਂਜਰ ਪਵਾੜੇ ਬੱਲੀਏ ਲੜ ਪਏ ਸੀ ਮੁੰਡੇ ਫਗਵਾੜੇ ਬੱਲੀਏ ਹੋ ਪਾਉਂਦੀ ਤੇਰੀ ਝਾਂਜਰ ਪਵਾੜੇ ਬੱਲੀਏ ਲੜ ਪਏ ਸੀ ਮੁੰਡੇ ਫਗਵਾੜੇ ਬੱਲੀਏ ਜਾਮ ਹੋ ਗਿਆ ਸੀ ਟਾਊਨ ਤੂੰ ਕਰਾਤੇ ਸ਼ੀਸ਼ੇ ਡਾਊਨ ਪੁਲਿਸ ਨੇ ਨਾਕਾ ਕਹਿੰਦੇ ਟਾਈਟ ਕਰਤਾ ਹੋ ਇੰਨੀ ਸੋਹਣੀ ਰੱਬ ਨੇ ਬਣਾ ਕੇ ਬੱਲੀਏ ਤੇਰਾ ਦਾ ਫਿਊਚਰ ਬ੍ਰਾਈਟ ਕਰਤਾ ਹੋ ਤੈਨੂੰ ਇੰਨੀ ਸੋਹਣੀ ਰੱਬ ਨੇ ਬਣਾ ਕੇ ਬੱਲੀਏ ਮਿੱਤਰਾਂ ਦਾ ਫਿਊਚਰ ਬ੍ਰਾਈਟ ਕਰਤਾ ਓਏ ਹੋਏ ਓਏ ਨਵੀਂ 3D ਸੂਟ ਪਾਇਆ ਨਾ ਕਰੋ ਹੁਸਨਾ ਦੇ ਮਾਲਕੋ ਸਤਾਇਆ ਨਾ ਕਰੋ ਓਏ ਨਵੀਂ 3D ਸੂਟ ਪਾਇਆ ਨਾ ਕਰੋ ਹੁਸਨਾ ਦੇ ਮਾਲਕੋ ਸਤਾਇਆ ਨਾ ਥੋੜਾ ਨਖਰਾ ਜਨਾਬ ਕਰੇ ਸਿਫਤਾਂ ਪੰਜਾਬ ਤਾਂ ਹੀ ਵੈਸ ਨਹੀਂ ਵੀ ਗੀਤ ਰਾਈਟ ਕਰਤਾ ਓ ਇੰਨੀ ਸੋਹਣੀ ਰੱਬ ਨੇ ਬਣਾ ਕੇ ਬੱਲੀਏ ਤੇਰਾ ਦਾ ਫਿਊਚਰ ਬ੍ਰਾਈਟ ਕਰਤਾ ਓ ਤੈਨੂੰ ਇੰਨੀ ਸੋਹਣੀ ਰੱਬ ਨੇ ਬਣਾ ਕੇ ਬੱਲੀਏ ਤੇਰਾ ਦਾ ਫਿਊਚਰ ਬ੍ਰਾਈਟ ਕਰਤਾ ਓ ਤੈਨੂੰ ਇੰਨੀ ਸੋਹਣੀ ਰੱਬ ਨੇ ਬਣਾ ਕੇ ਬੱਲੀਏ ਮਿੱਤਰਾਂ ਦਾ ਫਿਊਚਰ ਬ੍ਰਾਈਟ ਕਰਤਾ ਓਏ ਹੋਏ ਲੈ ਨਸ ਕੇ ਕਿਸੇ ਬਤੀਆ ਵਤਾਰੂ ਹੱਸ ਹੱਸ ਕੇ ਮਨ ਕਰਦਾ ਰੇ ਕੱਟ ਲੈ ਨਸ ਕੇ
हमारा सिवा दूसरा के ना चाहनी हो, तू हमारा के चाहे लू, इस सोच के बड़ी खुश रहनी हो। अब सोचने वाली बात ये थी कि ये आदमी कौन था। दोस्तों, ये डेविड था जो फिल्म की स्टार्टिंग में दिखा था। ये यहाँ पर एलिजाबेथ के साथ आया था। डेविड इन सभी को एलियन के बारे में सब कुछ बता देता है। डेविड ने यहाँ पर कई चीजों पर एक्सपेरिमेंट भी किए होते हैं। वो बहुत ही स्वार्थी हो चुका था। हमें यहाँ पर पता चलता है कि वो जब यहाँ पर आया था तो यहाँ पर कई सारे लोग रहते थे, लेकिन डेविड ने उन सभी को मार दिया था, यानी कि मौत की नींद सुला दिया था, क्योंकि डेविड ने उन सभी पर एक्सपेरिमेंट किए थे। तो ये बातें दूसरे रोबोट को बता रहा हो। दोस्तों, ये डेविड था जो फिल्म की स्टार्टिंग में दिखा था। ये यहाँ पर एलिजाबेथ के साथ आया था। डेविड इन सभी को एलियन के बारे में सब कुछ बता देता है। डेविड ने यहाँ पर कई चीजों पर एक्सपेरिमेंट भी किए होते हैं। वो बहुत ही स्वार्थी हो चुका था। हमें यहाँ पर पता चलता है कि वो जब यहाँ पर आया था तो यहाँ पर कई सारे लोग रहते थे, लेकिन डेविड ने उन सभी को मार दिया था, यानी कि मौत की नींद सुला दिया था, क्योंकि डेविड ने उन सभी पर एक्सपेरिमेंट किए थे। वो ये बातें दूसरे रोबोट को बता रहा होता है। वो कहता है कि तुम ये बातें किसी और को नहीं बताओगे, क्योंकि तुम भी मेरी तरह। उन्हें हमला कर दिया होता है और देखते ही देखते वो सब ही उसे अपना भोजन बना लेते हैं और मेलिनी और साथी भी वहाँ पहुँचते हैं, लेकिन वो भी उन हाइब्रिड बच्चों के प्लान का एक हिस्सा होता है। वो बच्चे अब उन्हें भी घेर लेते हैं। इसके बाद मेलिनी और उनके बीच एक फाइट होती है, जिसके बाद वो बच्चे वहाँ से भाग जाते हैं। अब ये सभी लैब पहुँच जाते हैं। वहाँ मौजूद कैलरीन अब लैब में एक गैस फैला देती है, जिसकी वजह से कैलरीन को छोड़ सभी बेहोश हो जाते हैं। इसके बाद डॉक्टर मेलिनी को घसीट कर ऑपरेशन के लिए ले जाती है। अब ये सच सामने आता है कि डॉक्टर कैलरीन को एक ब्लड इन्फेक्शन, लेकिन इनमें से कोई भी उसकी बातों पर विश्वास नहीं करता। अब सिवाज एलेक्स को उसकी कैंपिंग वाली जगह पर ले चलने को कहता है। इसके बाद एलेक्स इनके साथ आगे बढ़ने लगती है। रास्ते में इनको एक पलटी हुई बस मिलती है। नेट जब उस बस को चेक करता है तो उसमें एक गन और एक चाबी मिलती है। मिली हुई गन को नेट अपने पास छुपा लेता है, जिसे वो वोल्टर को दे देता है। गाड़ी को खोलने पर इनको उसमें ढेर सारा पैसा मिलता है। सिवाज सबको दो दो भाग लेकर आगे चलने को कहता है, लेकिन वोल्टर जख्मी था, इसलिए वो बैग ढोने से इनकार कर देता है। सिवाज के फोर्स करने पर वोल्टर उस पर नेट की दी हुई गन के साथ हमला करने की कोशिश करता है, लेकिन उसमें गोली नहीं होती। सिवाज को इससे बहुत गुस्सा आता है और वहाँ जितने भी पिग आते हैं वो इन्फेक्टेड होते हैं, जो किसी को भी नुकसान पहुँचा सकते हैं, इसलिए वो उन्हें मार देती है। अब ये लोग मैकेनिक की तलाश में उस औरत के साथ उसके घर पहुँचते हैं। अब बातों ही बातों में हेनरी का जिक्र होता है, जो वो उनसे हेनरी के लुक के बारे में पूछती है और एक फ़ोटो भी दिखाती है। वो कहती है कि हेनरी उसका कजिन है। ये सुनते ही दोनों काफ़ी घबरा जाते हैं और वहाँ से जाने का फैसला करते हैं। अब सीन शिफ्ट होता है और दिखाया जाता है कि कैबिन के पास एक लेडी इंस्पेक्टर आती है, जिसका नाम विंगस्टन होता है। उसे पोल बताता है कि उन पर एक इन्फेक्टेड इंसान ने अटैक कर दिया था। वो अब रिपोर्ट लिखती है, लेकिन उस वक्त उस इंस्पेक्टर का बिहेव थोड़ा अजीब दर्द होता है। वो जब जूते निकालता है तो वो हैरान रह जाता है। वो देखता है कि उसका पैर एक भेड़ की तरह हो गया है। अब उन्हें कई भेड़ अपनी ओर आते हुए नजर आते हैं। ये देखते ही वो भागने लगते हैं। भागते भागते एक लैब में चले जाते हैं, जहाँ भेड़ों पर एक्सपेरिमेंट किया गया था। वहाँ उन्हें बिना खाल की एक भेड़ नजर आती है, जिस पर एक्सपेरिमेंट किया जा रहा था। इसी बीच एक साइंटिस्ट वहाँ आ जाती है। वो उनसे पूछती है कि आप लोग यहाँ क्या कर रहे हो, और काफी गुस्सा करने लगती है और एंगर भी वहीं होता है। हेनरी उससे इसके बारे में पूछता है तो वो कहता है कि मैंने इसके मूवी के बजट के बारे में कुछ गोलमाल है। इसी बीच हमें एक और पास्ट का सीन दिखाया जाता है, जहां पर हम देख पाते हैं कि अनामिका अपनी लाइफ अपनी मर्जी से नहीं बल्कि अपनी मां की मर्जी से जी रही है, और उसे ये पता चलता है कि उसके पति और उसकी मां ने बैंक अकाउंट के सारे पैसे निकाल लिए हैं। ये बात जानकर वो अपने प्रेमी के पास चली जाती है और उससे कहती है कि आई एम विद यू, यानी कि मैं तुम्हारे साथ हूँ, और फिर आगे कहती है कि मैं तुम्हारे साथ लंदन जाने के लिए तैयार हूँ। जिसके बाद अनामिका अपने घर पर आती है तो हम देख पाते हैं कि उसका पति कोई कांटेक्ट नहीं हो पाता है। अब डिलन यही सोच रहा था कि ये सब थ्रेडियस की गेम है, क्योंकि सारे हॉर्समैन्स ने मिलकर उसको अरेस्ट कराया था, और थ्रेडियस कहता है कि ये सब मैंने नहीं कराया है, लेकिन मैं ये जानता हूँ कि ये सब कैसे हुआ है और इस टाइम पे हॉर्समैन्स कहाँ पर है, और मैं तुम्हें उनके पास लेकर जा सकता हूँ, लेकिन ये तभी पॉसिबल होगा जब मैं जेल से बाहर आऊँ।
उधर हम चारों हॉर्समैन्स को एक मैजिक शॉप में देखते हैं और यहाँ पर डैनियल आई कम्युनिटी को कांटेक्ट करता है, क्योंकि वोल्टर की बात मानने का भी उनका एक रीजन था कि वो उस चिप को चुरा कर आई को दे देंगे, और इसलिए डैनियल अब आई को कांटेक्ट करता है और अब वो बहुत ज्यादा अलर्ट सिक्योरिटी से लड़ूंगा। एजेंट टीनेजर लड़ाई शुरू कर देता है, लेकिन फाइनली एनेबिस उसको पकड़ लेती है, तो एनेबिस सबके सामने लाइव आके उस बच्चे को मार देती है। उसके बाद रेड टेल्वन कहता है कि मैं उसे छोड़ूंगा नहीं, तो वो उसके पास उसके अड्डे पर जाता है और वहां जाकर उसे मारने की कोशिश करता है, लेकिन रेड टेल्वन भी मारा जाता है। जब प्रेसिडेंट को इस बात का पता चलता है तो वो परेशान हो जाता है कि ऐसे कैसे हो सकता है, रेड टेल्वन कैसे मर सकता है। राइट हुक ने एक और बच्चे को ट्रेनिंग दी थी जिसका नाम है लिटिल विंगर्स। वो भी मार्वलस मैन जैसा होता है और उसे बेचता है एनेबिस के अड्डे पर। वहां जाकर वो तबाही मचा देता है और सबको मार देता है। नाइट हुक कोर्टेक्स से कहता नजर आता है जिसके पास कई भेड़ें होती हैं। उसे अचानक भेड़ों की आवाज आने लगती है जो बेहद डरी हुई मालूम होती हैं। इस बीच कोई चीज जमीन के अंदर से ही फ्रेड को नीचे की ओर खींचने लगती है। इसके बाद सभी भेड़ भी मारी जाती हैं। अब वहां मैकी और अर्ल आते हैं। वो इस भयानक नज़ारे को देखकर बेहद घबरा जाते हैं। वो लोग फ्रेड को ढूंढने लगते हैं, फिर उन्हें जमीन पर उसकी कैप दिखाई देने लगती है। वो उसको उठाते ही वहां से 4 कदम की दूरी पर हट जाते हैं। दरअसल हैट के नीचे फ्रेड का कटा हुआ सिर होता है। ये देखने के बाद दोनों वहां से भाग खड़े ऑफ करने के लिए बोलता है, जिसके बाद सभी लाइट्स को बुझा दिया जाता है। अब उसकी बॉडी का चेकअप होता है तो पता चलता है कि वो बिल्कुल नॉर्मल इंसान की तरह ही काम कर रहा है। इसी तरह 3 दिन गुजर जाते हैं। अब उसे वापस विजिबल होने के लिए एंटीडोस को इंजेक्ट किया जाना होता है। इंजेक्ट करने के बाद उसके शरीर में तेज दर्द होने लगता है। इसके साथ ही वो विजिबल भी नहीं हो पाता है। उसे अब ऐसा लगता है कि वो मरने वाला है। उसकी हालत काफी खराब होने लगती है। इसे देख उसके सहयोगी उसे एक मास्क लेप लगा देते हैं। अब धीरे धीरे वो मेंटली डिस्टर्ब भी होने लगा था। इसे लेकर काफी परेशान भी था। जिंदा बच पाती है उस लड़की का नाम होता है सैली। उस लड़की ने पुलिस को अपना बयान दर्ज कराया था, जिसके बाद उसने इस बारे में किसी को भी नहीं बताया, यानी कि इस बारे में उसने कभी भी डिस्कस नहीं किया, क्योंकि दोस्तों ये बहुत ही भयावह कांड था। दोस्तों उस बयान में उसने एक खूनी का जिक्र किया था। खूनी ने चमड़े का मास्क पहना हुआ था, इसलिए वो उसका असली चेहरा देख नहीं पाई थी।